ਅੱਜ मैं ਤੁਹਾਨੂੰ ਦੱਸੂਗਾ ਜੀ ਗਾਮਾ ਪਹਿਲਵਾਨ ਬਾਰੇ, ਜਿਸ ਦੇ ਫੈਨ ਬਰੂਸ ਲੀ ਵੀ ਸਨ ਤੇ ਗਾਮਾ ਪਹਿਲਵਾਨ ਕਿਉਂ ਆਪਣੇ ਵਿਰੋਧੀ ਨੂੰ ਹਰਾਉਣ ਤੋਂ ਬਾਅਦ ਉਹਨਾਂ ਦੇ ਪੈਰਾਂ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨੂੰ ਲਾਉਂਦੇ ਸਨ ਤੇ ਕਿਸ ਤਰ੍ਹਾਂ ਖੁਦ ਮੁਸਲਮਾਨ ਹੁੰਦੇ ਹੋਏ ਗਾਮਾ ਪਹਿਲਵਾਨ ਨੇ ਸੈਂਕੜੇ ਹੀ ਹਿੰਦੂਆਂ ਦੀ ਜਾਨ ਬਚਾਈ ਸੀ। ਜੇਕਰ ਤੁਸੀਂ ਬੜੌਦਾ ਦੀ ਮਿਊਜ਼ੀਅਮ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਤੁਹਾਨੂੰ 1200 ਕਿਲੋ ਦਾ ਇੱਕ ਪੱਥਰ ਦੇਖਣ ਨੂੰ ਮਿਲੇਗਾ। ਇੱਕ ਨਜ਼ਰ ਦੇ ਵਿੱਚ ਤਾਂ ਤੁਸੀਂ ਵੀ ਸੋਚੋਗੇ ਕਿ ਇਹ ਪੱਥਰ ਨੂੰ ਕਿਉਂ ਇੱਥੇ ਰੱਖਿਆ ਗਿਆ ਹੈ, ਕਿ ਇਹ ਕੋਈ ਖਾਸ ਪੱਥਰ ਹੈ, ਪਰ ਇਹ ਪੱਥਰ ਦੀ ਇਸ ਮਿਊਜ਼ੀਅਮ ਤੱਕ ਪਹੁੰਚਣ ਦੀ ਕਹਾਣੀ ਬੜੀ ਹੀ ਦਿਲਚਸਪ ਹੈ। ਇਸ ਪੱਥਰ ਦੇ ਉੱਪਰ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਗਿਆ ਹੈ ਕਿ 23 ਦਸੰਬਰ 1902 ਦੇ ਦਿਨ ਗੁਲਾਮ ਮੁਹੰਮਦ ਬਖਸ਼ ਇਸ ਨੂੰ ਚੱਕ ਕੇ ਤੁਰੇ ਸਨ। ਇੱਕ ਇਨਸਾਨ ਇਕੱਲਿਆਂ 1200 ਕਿਲੋ ਦੇ ਪੱਥਰ ਨੂੰ ਚੱਕ ਕੇ ਤੁਰਿਆ, ਇਹ ਗੱਲ ਹੈਰਾਨ ਕਰਨ ਵਾਲੀ ਹੈ। ਪਰ ਜੇਕਰ ਤੁਹਾਨੂੰ ਪਤਾ ਹੋਵੇ ਗੁਲਾਮ ਮੁਹੰਮਦ ਬਖਸ਼ ਅਸਲ ਦੇ ਵਿੱਚ ਕੌਣ ਸੀ ਤਾਂ ਤੁਹਾਡਾ ਸਾਰਾ ਸ਼ੱਕ ਦੂਰ ਹੋ ਜਾਵੇਗਾ। ਗੁਲਾਮ ਮੁਹੰਮਦ ਬਖਸ਼ ਉਰਫ ਗਾਮਾ ਪਹਿਲਵਾਨ, ਹਾਂਜੀ ਉਹੀ ਗਾਮਾ ਪਹਿਲਵਾਨ ਜਿਸ ਨੇ ਕੁਸ਼ਤੀ ਦੇ ਵਿੱਚ ਨਾ ਸਿਰਫ ਰੁਸਤਮੇ ਹਿੰਦ ਬਲਕਿ ਰੁਸਤਮੇ ਜਹਾਂ ਦਾ ਵੀ ਖਿਤਾਬ ਹਾਸਲ ਕੀਤਾ ਸੀ। ਉਹੀ ਗਾਮਾ ਪਹਿਲਵਾਨ ਜਿਹਦੇ ਕਰਕੇ ਇੰਡੀਆ ਕੁਸ਼ਤੀ ਦੇ ਵਿੱਚ ਵਰਲਡ ਵਾਈਡ ਵਿਨਰ ਬਣਿਆ ਸੀ। ਗਾਮਾ ਪਹਿਲਵਾਨ ਦਾ ਜਨਮ 22 ਮਈ 1878 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ, ਚਾਚਾ, ਤਾਇਆ ਜੀ ਸਾਰੇ ਹੀ ਪਹਿਲਵਾਨ ਸਨ। ਗਾਮਾ ਪਹਿਲਵਾਨ ਨੇ ਬਚਪਨ ਵਿੱਚ ਹੀ ਘਰ ਤੋਂ ਪਹਿਲਵਾਨੀ ਦੇ ਗੁਰ ਸਿੱਖੇ। ਪਹਿਲਵਾਨੀ ਉਹਨਾਂ ਦੇ ਖੂਨ ਵਿੱਚ ਹੀ ਨਹੀਂ ਬਲਕਿ ਉਹਨਾਂ ਦੀ ਪਰਵਰਿਸ਼ ਵਿੱਚ ਵੀ ਸੀ। ਤਾਂ ਹੀ ਤਾਂ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਵੀ ਉਹਨਾਂ ਦਾ ਕੁਸ਼ਤੀ ਦੇ ਅਖਾੜੇ ਦੇ ਨਾਲੋਂ ਰਿਸ਼ਤਾ ਨਹੀਂ ਟੁੱਟਿਆ। ਗਾਮਾ ਪਹਿਲਵਾਨ ਦੇ ਪਿਤਾ ਦੀ ਮੌਤ ਤੋਂ ਬਾਅਦ ਮੱਧ ਪ੍ਰਦੇਸ਼ ਦਤੀਆ ਦੇ ਰਾਜੇ ਭਵਾਨੀ ਸਿੰਘ ਨੇ ਗਾਮਾ ਪਹਿਲਵਾਨ ਨੂੰ ਆਪਣੀ ਦੇਖ-ਰੇਖ ਦੇ ਵਿੱਚ ਲੈ ਲਿਆ। ਉਹਨਾਂ ਨੇ ਹੀ ਗਾਮੇ ਪਹਿਲਵਾਨ ਦੇ ਖਾਣ ਪੀਣ, ਕਸਰਤ ਅਤੇ ਵਰਜਿਸ਼ ਦੀ ਜ਼ਿੰਮੇਵਾਰੀ ਲਈ। ਵੈਸੇ ਤਾਂ ਉਸ ਦੌਰ ਦੇ ਦੂਜੇ ਪਹਿਲਵਾਨਾਂ ਦੀ ਤੁਲਨਾ ਦੇ ਵਿੱਚ ਗਾਮਾ ਪਹਿਲਵਾਨ ਦਾ ਕੱਦ ਛੋਟਾ ਸੀ, ਪਰ ਗਾਮਾ ਪਹਿਲਵਾਨ ਦੇ ਹੌਸਲੇ ਤੇ ਦਾਅ ਪੇਚ ਦੀ ਚੰਗੀ ਸਮਝ ਉਹਨਾਂ ਦੇ ਨਾਲ ਘੁਲਣ ਵਾਲੇ ਵੱਡੇ-ਵੱਡੇ ਪਹਿਲਵਾਨਾਂ ਨੂੰ ਚਿੱਤ ਕਰ ਦਿੰਦੀ ਸੀ। ਸਿਰਫ 12 ਸਾਲ ਦੀ ਉਮਰ ਦੇ ਵਿੱਚ ਹੀ ਗਾਮੇ ਪਹਿਲਵਾਨ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਉਹ ਅੱਗੇ ਜਾ ਕੇ ਬਹੁਤ ਵੱਡਾ ਇਤਿਹਾਸ ਰਚੇਗਾ। ਸਾਲ 1890 ਦੇ ਵਿੱਚ ਜੋਧਪੁਰ ਦੇ ਰਾਜੇ ਨੇ ਦੇਸ਼ ਭਰ ਦੇ ਪਹਿਲਵਾਨਾਂ ਦੇ ਲਈ ਇੱਕ ਪ੍ਰਤੀਯੋਗਤਾ ਰੱਖੀ, ਜਿਸ ਦੇ ਵਿੱਚ ਪਹਿਲਵਾਨਾਂ ਨੇ ਕਸਰਤ, ਵਰਜਿਸ਼ ਤੇ ਆਪਣੀ ਕੁਸ਼ਤੀ ਦੇ ਹੁਨਰ ਦਿਖਾਉਣੇ ਸਨ ਤਾਂ ਕਿ ਇਹ ਸਾਰਿਆਂ ਦੇ ਵਿੱਚੋਂ ਦੇਖ ਕੇ ਰਾਜਾ ਸਾਹਿਬ ਸਭ ਤੋਂ ਤਕੜੇ ਪਹਿਲਵਾਨ ਨੂੰ ਚੁਣ ਸਕਣ। ਉੱਥੇ ਪੂਰੇ ਦੇਸ਼ ਭਰ ਤੋਂ 400 ਪਹਿਲਵਾਨ ਆਏ ਜਿਨ੍ਹਾਂ ਨੇ ਆਪਣੇ ਦਮਖਮ ਦੇ ਨਾਲ ਮਹਾਰਾਜੇ ਦੀ ਸ਼ਾਬਾਸ਼ੀ ਜਿੱਤਣੀ ਸੀ। ਇੱਕ ਤੋਂ ਇੱਕ ਔਖੀ ਕਸਰਤ ਕਰਨੀ ਸੀ ਅਤੇ ਦੂਜੇ ਕਹਿੰਦੇ ਕਹਾਉਂਦੇ ਪਹਿਲਵਾਨਾਂ ਦੇ ਨਾਲ ਕੁਸ਼ਤੀ ਲੜ ਕੇ ਉਹਨਾਂ ਨੂੰ ਹਰਾਉਣਾ ਸੀ। ਜਿਹੜਾ ਅਜਿਹਾ ਨਾ ਕਰ ਪਾਉਂਦਾ ਉਹ ਖੇਲ ਦੇ ਵਿੱਚੋਂ ਬਾਹਰ ਹੋ ਜਾਂਦਾ। ਬਾਕੀ ਪਹਿਲਵਾਨ ਗਾਮਾ ਪਹਿਲਵਾਨ ਦੇ ਨਾਲੋਂ ਉਮਰ ਅਤੇ ਲੰਬਾਈ ਦੇ ਵਿੱਚ ਵੱਡੇ ਸਨ, ਪਰ ਫਿਰ ਵੀ ਗਾਮਾ ਪਹਿਲਵਾਨ ਆਖਰੀ 15 ਪਹਿਲਵਾਨਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਏ। ਇੱਕ 12 ਸਾਲਾਂ ਦਾ ਲੜਕਾ 400 ਪਹਿਲਵਾਨਾਂ ਦੀ ਭੀੜ ਦੇ ਵਿੱਚੋਂ ਆਖਰੀ 15 ਦੇ ਵਿੱਚ ਆਪਣਾ ਨਾਮ ਦਰਜ ਕਰਵਾ ਗਿਆ। ਇਸ ਗੱਲ ਨੇ ਰਾਜੇ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਰਾਜਾ ਨੇ ਗਾਮੇ ਪਹਿਲਵਾਨ ਨੂੰ ਉਸ ਪ੍ਰਤੀਯੋਗਤਾ ਦਾ ਜੇਤੂ ਐਲਾਨ ਦਿੱਤਾ। ਬਸ ਫਿਰ ਕੀ ਸੀ, ਫਿਰ ਗਾਮਾ ਪਹਿਲਵਾਨ ਦੇ ਚਰਚੇ ਪੂਰੇ ਦੇਸ਼ ਦੇ ਵਿੱਚ ਹੋ ਗਏ। ਉਸ ਤੋਂ ਬਾਅਦ ਗਾਮਾ ਪਹਿਲਵਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। 19 ਸਾਲਾਂ ਦੇ ਹੁੰਦੇ ਗਾਮੇ ਪਹਿਲਵਾਨ ਨੇ ਦੇਸ਼ ਦੇ ਕਈ ਕਹਿੰਦੇ ਕਹਾਉਂਦੇ ਪਹਿਲਵਾਨਾਂ ਨੂੰ ਚਿੱਤ ਕਰ ਦਿੱਤਾ ਸੀ ਤੇ ਫਿਰ ਵਾਰੀ ਆਈ ਰੁਸਤਮੇ ਹਿੰਦ ਰਹੀਮ ਬਖਸ਼ ਸੁਲਤਾਨੀ ਵਾਲਾ ਨਾਲ ਲੜਨ ਦੀ। ਉਸ ਟਾਈਮ ਦੇ ਸਾਂਝੇ ਪੰਜਾਬ ਦੇ ਗੁੱਜਰਵਾਲਾ ਵਿੱਚ ਰਹਿਣ ਵਾਲੇ ਰਹੀਮ ਬਖਸ਼ ਸੁਲਤਾਨੀ ਵਾਲਾ ਦੀ ਲੰਬਾਈ ਜਾਣੀ ਕਿ ਉਸ ਦਾ ਕੱਦ ਗਾਮੇ ਪਹਿਲਵਾਨ ਦੇ ਨਾਲੋਂ 2 ਫੁੱਟ ਜ਼ਿਆਦਾ ਸੀ ਤੇ ਉਦੋਂ ਤੱਕ ਕੋਈ ਵੀ ਪਹਿਲਵਾਨ ਰਹੀਮ ਬਖਸ਼ ਨੂੰ ਹਰਾ ਨਹੀਂ ਸਕਿਆ ਸੀ। ਲਾਹੌਰ ਸ਼ਹਿਰ ਦੇ ਅੰਦਰ ਦੋਨਾਂ ਦੇ ਵਿਚਕਾਰ ਕੁਸ਼ਤੀ ਦਾ ਦੰਗਲ ਰੱਖਿਆ ਗਿਆ ਸੀ। ਕਹਿੰਦੇ ਨੇ ਉਸ ਦਿਨ ਸਾਰਾ ਲਾਹੌਰ ਸ਼ਹਿਰ ਇਹ ਦੰਗਲ ਦੇਖਣ ਗਿਆ ਸੀ। ਤਕਰੀਬਨ 7 ਫੁੱਟ ਉੱਚੇ ਰਹੀਮ ਦੇ ਸਾਹਮਣੇ 5 ਫੁੱਟ 7 ਇੰਚ ਦੇ ਗਾਮਾ ਇੱਕ ਬੱਚੇ ਦੀ ਤਰ੍ਹਾਂ ਲੱਗ ਰਹੇ ਸਨ। ਸਾਰਿਆਂ ਨੇ ਇਹੀ ਸੋਚਿਆ ਕਿ ਥੋੜੇ ਟਾਈਮ ਦੇ ਵਿੱਚ ਹੀ ਰਹੀਮ ਗਾਮਾ ਨੂੰ ਚਿੱਤ ਕਰ ਦੇਵੇਗਾ। ਘੰਟਿਆਂ ਬੱਧੀ ਲੋਕ ਰੌਲਾ ਪਾਉਂਦੇ ਰਹੇ, ਕਦੇ ਰਹੀਮ ਅਤੇ ਕਦੇ ਗਾਮੇ ਦੇ ਉੱਪਰ ਸੱਟਾ ਲੱਗਦਾ ਰਿਹਾ, ਰੇਟ ਵੱਧਦੇ ਅਤੇ ਘਟਦੇ ਰਹੇ, ਪਰ ਆਖਰੀ ਦੇ ਵਿੱਚ ਕੋਈ ਵੀ ਨਤੀਜਾ ਨਾ ਨਿਕਲਿਆ, ਨਾ ਕੋਈ ਹਾਰਿਆ ਤੇ ਨਾ ਕੋਈ ਜਿੱਤਿਆ। ਇਹ ਖੇਲ ਬਰਾਬਰੀ ਤੇ ਖਤਮ ਹੋ ਗਿਆ। ਪਰ ਇਸ ਮੁਕਾਬਲੇ ਤੋਂ ਬਾਅਦ ਗਾਮਾ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੋ ਗਏ। ਗਾਮਾ ਨੇ 1898 ਤੋਂ ਲੈ ਕੇ 1907 ਦੇ ਵਿੱਚ ਦਤੀਆ ਦੇ ਗੁਲਾਮ ਮਹਮੂਦੀਨ ਅਤੇ ਭੋਪਾਲ ਦੇ ਪ੍ਰਤਾਪ ਸਿੰਘ, ਇੰਦੌਰ ਦੇ ਅਲੀ ਬਾਬਾ ਸਿੰਘ ਅਤੇ ਮਲਤਾਨ ਦੇ ਹਸਨ ਬਖਸ਼ ਜਿਹੇ ਨਾਮੀ ਪਹਿਲਵਾਨਾਂ ਨੂੰ ਹਰਾਇਆ। 1910 ਦੇ ਵਿੱਚ ਇੱਕ ਵਾਰ ਫਿਰ ਗਾਮਾ ਪਹਿਲਵਾਨ ਦਾ ਸਾਹਮਣਾ ਰੁਸਤਮੇ ਹਿੰਦ ਰਹੀਮ ਬਖਸ਼ ਮੁਲਤਾਨੀ ਵਾਲਾ ਦੇ ਨਾਲ ਹੋਇਆ ਤੇ ਫਿਰ ਇਹ ਮੈਚ ਡਰਾ ਰਿਹਾ, ਜਾਣੀ ਕਿ ਇਸ ਦਾ ਕੋਈ ਵੀ ਨਤੀਜਾ ਨਾ ਨਿਕਲਿਆ, ਨਾ ਕੋਈ ਜਿੱਤਿਆ ਤੇ ਨਾ ਹੀ ਕੋਈ ਹਾਰਿਆ। ਹੁਣ ਗਾਮਾ ਦੇਸ਼ ਦੇ ਇਕੱਲੇ ਇੱਕ ਅਜਿਹੇ ਪਹਿਲਵਾਨ ਬਣ ਚੁੱਕੇ ਸਨ ਜਿਸ ਨੂੰ ਕੋਈ ਵੀ ਹਰਾ ਨਹੀਂ ਸਕਿਆ ਸੀ। ਦੇਸ਼ ਨੂੰ ਫਤਿਹ ਕਰਨ ਤੋਂ ਬਾਅਦ ਇਹ ਪਹਿਲਵਾਨ ਦੁਨੀਆ ਫਤਿਹ ਕਰਨ ਨਿਕਲਿਆ ਤੇ ਇਹ ਪਹਿਲਵਾਨ 1910 ਦੇ ਵਿੱਚ ਹੋ ਰਹੀ ਚੈਂਪੀਅਨਸ ਆਫ ਚੈਂਪੀਅਨਸ ਦੀ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਣ ਲਈ ਪਹੁੰਚ ਗਿਆ। ਪਰ ਖੇਲ ਦੇ ਨਿਯਮਾਂ ਦੇ ਅਨੁਸਾਰ ਗਾਮਾ ਦੀ ਹਾਈਟ ਘੱਟ ਹੋਣ ਦੇ ਕਾਰਨ ਉਸ ਨੂੰ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣ ਤੋਂ ਮਨਾ ਕਰ ਦਿੱਤਾ ਗਿਆ। ਬਸ ਫਿਰ ਕੀ ਸੀ, ਗਾਮਾ ਪਹਿਲਵਾਨ ਦਾ ਦਿਮਾਗ ਫਿਰ ਗਿਆ ਤੇ ਉਸਨੇ ਇੱਕ-ਇੱਕ ਕਰਕੇ ਟੂਰਨਾਮੈਂਟ ਦੇ ਵਿੱਚ ਆਏ ਹੋਏ ਸਾਰੇ ਪਹਿਲਵਾਨਾਂ ਨੂੰ ਚੈਲੰਜ ਦੇ ਦਿੱਤਾ ਕਿ ਜੇਕਰ ਕੋਈ ਵੀ ਉਹਨਾਂ ਨੂੰ ਹਰਾ ਦੇਵੇਗਾ ਤਾਂ ਖੁਦ ਆਪਣੀ ਜੇਬ ਦੇ ਵਿੱਚੋਂ ਜਿੱਤਣ ਵਾਲੇ ਨੂੰ 5 ਪਾਉਂਡ ਇਨਾਮ ਵਜੋਂ ਦੇਣਗੇ ਤੇ ਇੱਥੋਂ ਹੀ ਵਾਪਸ ਹਿੰਦੁਸਤਾਨ ਚਲੇ ਜਾਣਗੇ। ਤੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਇੱਕ ਅਮਰੀਕਨ ਪਹਿਲਵਾਨ ਮੁਕਾਬਲਾ ਕਰਨ ਆਇਆ, ਪਰ ਅਮਰੀਕੀ ਚੈਂਪੀਅਨ ਬੈਨੀਮਰ ਰੋਲਰ ਨੂੰ ਉਹਨਾਂ ਨੇ ਸਿਰਫ 1 ਮਿੰਟ 40 ਸੈਕਿੰਡ ਦੇ ਵਿੱਚ ਹੀ ਚਿੱਤ ਕਰ ਦਿੱਤਾ ਤੇ ਫਿਰ ਅਗਲੇ ਹੀ ਦਿਨ ਦੁਨੀਆ ਭਰ ਦੇ ਵਿੱਚੋਂ ਆਏ ਹੋਏ ਚੋਟੀ ਦੇ 12 ਪਹਿਲਵਾਨਾਂ ਨੂੰ ਗਾਮੇ ਨੇ ਮਿੰਟਾਂ ਦੇ ਵਿੱਚ ਹਰਾ ਕੇ ਹੀ ਦੁਨੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ।
ਆਖਰਕਾਰ ਆਰਗੇਨਾਈਜੇਸ਼ਨ ਨੂੰ ਗਾਮਾ ਪਹਿਲਵਾਨ ਨੂੰ ਘੁਲਣ ਦੀ ਇਜਾਜ਼ਤ ਦੇਣੀ ਪਈ। ਫਿਰ ਆਇਆ 10 ਸਤੰਬਰ 1910 ਦਾ ਉਹ ਦਿਨ ਜਦੋਂ ਜੌਨ ਬੁੱਲ ਪ੍ਰਤੀਯੋਗਤਾ ਦੇ ਵਿੱਚ ਗਾਮੇ ਦੇ ਸਾਹਮਣੇ ਵਰਲਡ ਵਾਈਡ ਚੈਂਪੀਅਨ ਲੋਨ ਜਬਿਓਸਕਾ ਸਨ, ਪਰ ਉਹਨਾਂ ਨੂੰ ਵੀ ਗਾਮੇ ਨੇ ਪਹਿਲੇ ਰਾਉਂਡ ਦੇ ਵਿੱਚ 1 ਮਿੰਟ ਦੇ ਵਿੱਚ ਹੀ ਪਟਕਣੀ ਦੇ ਦਿੱਤੀ। ਅਗਲੇ 2.5 ਘੰਟੇ ਤੱਕ ਇਹ ਮੁਕਾਬਲਾ ਚੱਲਦਾ ਰਿਹਾ ਤੇ ਕੋਈ ਵੀ ਨਤੀਜਾ ਨਾ ਨਿਕਲਿਆ ਤੇ ਆਖਰ ਤੇ ਇਹ ਮੈਚ ਟਾਈ ਹੋ ਗਿਆ। ਪਰ ਇੱਕ ਜੇਤੂ ਤਾਂ ਚਾਹੀਦਾ ਹੀ ਸੀ, ਇਸ ਦੇ ਲਈ ਇੱਕ ਹਫ਼ਤੇ ਬਾਅਦ ਫਿਰ ਤੋਂ ਕੁਸ਼ਤੀ ਰੱਖੀ ਗਈ। ਪਰ 17 ਦਸੰਬਰ 1910 ਨੂੰ ਜਬਿਸਕੋ ਪਹਿਲਵਾਨ ਗਾਮਾ ਪਹਿਲਵਾਨ ਦੇ ਨਾਲ ਘੁਲਣ ਆਇਆ ਹੀ ਨਹੀਂ, ਇਸ ਲਈ ਗਾਮਾ ਪਹਿਲਵਾਨ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਇਸ ਤਰ੍ਹਾਂ ਗਾਮਾ ਵਰਲਡ ਹੈਵੀਵੇਟ ਚੈਂਪੀਅਨ ਬਣਨ ਵਾਲੇ ਭਾਰਤ ਦੇ ਪਹਿਲੇ ਪਹਿਲਵਾਨ ਬਣ ਗਏ। ਇਹ ਖਿਤਾਬ ਰੁਸਤਮੇ ਜਹਾਂ ਦੇ ਬਰਾਬਰ ਦਾ ਹੀ ਸੀ। 1911 ਦੇ ਵਿੱਚ ਇੱਕ ਵਾਰ ਫਿਰ ਤੋਂ ਗਾਮਾ ਪਹਿਲਵਾਨ ਦਾ ਸਾਹਮਣਾ ਰਹੀਮ ਦੇ ਨਾਲ ਹੋਇਆ ਤੇ ਗਾਮਾ ਪਹਿਲਵਾਨ ਨੇ ਉਸ ਨੂੰ ਚਿੱਤ ਕਰ ਦਿੱਤਾ। ਇਸ ਤੋਂ ਬਾਅਦ 1929 ਦੇ ਵਿੱਚ ਗਾਮਾ ਪਹਿਲਵਾਨ ਨੇ ਆਖਰੀ ਆਪਣੀ ਪ੍ਰੋਫੈਸ਼ਨਲ ਫਾਈਟ ਲੜੀ। ਉਹਨਾਂ ਨੇ ਕਦੇ ਵੀ ਕੁਸ਼ਤੀ ਨੂੰ ਅਲਵਿਦਾ ਨਹੀਂ ਕਿਹਾ, ਪਰ ਇਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਕੁਸ਼ਤੀ ਦੇ ਵਿੱਚ ਕੋਈ ਅਜਿਹਾ ਕੰਪੀਟੀਟਰ ਨਹੀਂ ਮਿਲਿਆ ਜਿਹੜਾ ਕਿ ਉਹਨਾਂ ਦੇ ਨਾਲ ਕੁਸ਼ਤੀ ਕਰ ਸਕੇ ਤੇ 1952 ਦੇ ਵਿੱਚ ਉਹਨਾਂ ਨੇ ਅਨਅਫੀਸ਼ੀਅਲੀ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ। ਗਾਮਾ ਪਹਿਲਵਾਨ ਦੇ 50 ਸਾਲ ਦੇ ਕੈਰੀਅਰ ਦੇ ਵਿੱਚ ਉਹਨਾਂ ਨੂੰ ਕੋਈ ਵੀ ਨਹੀਂ ਹਰਾ ਸਕਿਆ। ਗਾਮਾ ਪਹਿਲਵਾਨ ਸਿਰਫ ਪਹਿਲਵਾਨੀ ਵਿੱਚ ਹੀ ਨਹੀਂ ਬਲਕਿ ਇਨਸਾਨੀਅਤ ਵਿੱਚ ਵੀ ਬਹੁਤ ਉੱਪਰ ਸਨ। ਸਾਲ 1947 ਦੀ ਵੰਡ ਦੇ ਦੌਰਾਨ ਜਦੋਂ ਦੇਸ਼ ਦੇ ਉੱਪਰ ਕਹਿਰ ਟੁੱਟਿਆ ਸੀ, ਉਸ ਸਮੇਂ ਗਾਮਾ ਪਹਿਲਵਾਨ ਅੰਮ੍ਰਿਤਸਰ ਤੋਂ ਲਾਹੌਰ ਦੀ ਮੋਹਿਨੀ ਗਲੀ ਦੇ ਵਿੱਚ ਵਸ ਗਏ। ਇਸ ਬਟਵਾਰੇ ਨੇ ਹਿੰਦੂ ਮੁਸਲਮਾਨਾਂ ਦੇ ਵਿੱਚ ਬਹੁਤ ਵੱਡੀ ਕੰਧ ਖੜੀ ਕਰਤੀ ਸੀ ਤੇ ਗਾਮਾ ਪਹਿਲਵਾਨ ਦੀ ਗਲੀ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਦੀ ਜਾਨ ਖਤਰੇ 'ਚ ਸੀ, ਕਿਉਂਕਿ ਕੁਝ ਸ਼ਰਾਰਤੀ ਅਨਸਰ ਹਿੰਦੂ ਪਰਿਵਾਰਾਂ ਦੀ ਵੱਢ-ਟੋਕ ਕਰਨ ਦੇ ਲਈ ਅੱਗੇ ਵਧ ਰਹੇ ਸਨ। ਤਾਂ ਰੁਸਤਮੇ ਜਹਾਂ ਗਾਮਾ ਉਹਨਾਂ ਹਿੰਦੂਆਂ ਦੇ ਅੱਗੇ ਕੰਧ ਬਣ ਕੇ ਖੜ ਗਏ ਤੇ ਇੰਨਾ ਹੀ ਨਹੀਂ, ਗਾਮੇ ਪਹਿਲਵਾਨ ਨੇ ਆਪਣੇ ਖਰਚੇ ਤੇ ਇਹਨਾਂ ਸਾਰੇ ਹਿੰਦੂਆਂ ਨੂੰ ਸਹੀ ਸਲਾਮਤ ਹਿੰਦੁਸਤਾਨ ਪਹੁੰਚਾਇਆ। ਗਾਮਾ ਪਹਿਲਵਾਨ ਨੇ ਆਪਣੇ ਜੀਵਨ ਦੇ ਆਖਰੀ ਕੁਝ ਸਾਲ ਪਾਕਿਸਤਾਨ ਦੇ ਵਿੱਚ ਗੁਜ਼ਾਰੇ, ਪਰ ਫਿਰ ਵੀ ਉਹਨਾਂ ਦੀ ਹਿੰਦੁਸਤਾਨ ਲਈ ਤੇ ਹਿੰਦੁਸਤਾਨ ਦੀ ਉਹਨਾਂ ਦੇ ਲਈ ਮੁਹੱਬਤ ਕਦੇ ਵੀ ਘੱਟ ਨਹੀਂ ਹੋਈ। ਬਿਰਲਾ ਪਰਿਵਾਰ ਵੱਲੋਂ ਹਰ ਮਹੀਨੇ ਗਾਮਾ ਪਰਿਵਾਰ ਨੂੰ ਪੈਨਸ਼ਨ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ JRD ਟਾਟਾ ਵੀ ਉਹਨਾਂ ਨੂੰ ਪੈਸੇ ਭੇਜਦੇ ਸਨ। ਗਾਮਾ ਪਹਿਲਵਾਨ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਦੂਜਿਆਂ ਨੂੰ ਹਮੇਸ਼ਾ ਪਿਆਰ ਅਤੇ ਸਨਮਾਨ ਦਿੱਤਾ। ਕਦੇ ਨਾ ਹਾਰਨ ਵਾਲੇ ਗਾਮੇ ਨੂੰ ਕਦੇ ਵੀ ਆਪਣੀ ਸਫਲਤਾ ਦਾ ਹੰਕਾਰ ਨਹੀਂ ਹੋਇਆ, ਬਲਕਿ ਜਦੋਂ ਉਹਨਾਂ ਨੂੰ ਇੱਕ ਇੰਟਰਵਿਊ ਦੇ ਦੌਰਾਨ ਇਹ ਪੁੱਛਿਆ ਗਿਆ ਕਿ ਉਹਨਾਂ ਦੇ ਲਈ ਅੱਜ ਤੱਕ ਦਾ ਸਭ ਤੋਂ ਤਕੜਾ ਵਿਰੋਧੀ ਕੌਣ ਰਿਹਾ ਹੈ, ਤਾਂ ਗਾਮਾ ਨੇ ਉਸ ਟਾਈਮ ਰਹੀਮ ਸੁਲਤਾਨੀ ਵਾਲਾ ਦਾ ਹੀ ਜ਼ਿਕਰ ਕੀਤਾ ਸੀ ਤੇ ਉਸ ਟਾਈਮ ਗਾਮਾ ਪਹਿਲਵਾਨ ਨੇ ਕਿਹਾ ਸੀ ਕਿ ਸਾਡੇ ਖੇਲ ਦੇ ਵਿੱਚ ਹਮੇਸ਼ਾ ਤੋਂ ਹੀ ਵੱਡੇ ਅਤੇ ਤਕੜੇ ਖਿਡਾਰੀ ਨੂੰ ਗੁਰੂ ਮੰਨਿਆ ਜਾਂਦਾ ਹੈ। ਤੇ ਗਾਮੇ ਪਹਿਲਵਾਨ ਨੇ ਨਾਲ ਹੀ ਭਾਵੁਕ ਹੁੰਦਿਆਂ ਇਹ ਵੀ ਗੱਲ ਜ਼ਰੂਰ ਕਹੀ ਸੀ ਕਿ ਮੈਂ ਉਹਨਾਂ ਨੂੰ 2 ਵਾਰ ਹਰਾਇਆ ਤਾਂ ਜ਼ਰੂਰ ਹੈ, ਪਰ ਹਰਾਉਣ ਤੋਂ ਬਾਅਦ ਦੋਨੇ ਵਾਰ ਹੀ ਮੈਂ ਉਹਨਾਂ ਦੇ ਪੈਰਾਂ ਦੀ ਧੂੜ ਨੂੰ ਚੱਕ ਕੇ ਆਪਣੇ ਮੱਥੇ ਦੇ ਉੱਤੇ ਲਗਾਇਆ ਹੈ। 13 ਮਈ 1960 ਨੂੰ ਇਸ ਮਹਾਨ ਪਹਿਲਵਾਨ ਨੇ ਦੁਨੀਆ ਤੋਂ ਵਿਦਾਈ ਲੈ ਲਈ। ਪਰ ਅੱਜ ਵੀ ਜਦੋਂ ਗਾਮਾ ਪਹਿਲਵਾਨ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਨੂੰ ਜਾਣਨ ਵਾਲਿਆਂ ਦੀ ਅੱਖਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਹੀ ਚਮਕ ਆ ਜਾਂਦੀ ਹੈ। 20ਵੀਂ ਸਦੀ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਮਾਰਸ਼ਲ ਆਰਟ ਕਲਾਕਾਰ ਬਰੂਸ ਲੀ ਵੀ ਗਾਮਾ ਪਹਿਲਵਾਨ ਦੇ ਪ੍ਰਸ਼ੰਸਕ ਸਨ। ਬਰੂਸ ਲੀ ਮੰਨਦੇ ਸਨ ਕਿ ਉਹਨਾਂ ਨੇ ਗਾਮਾ ਪਹਿਲਵਾਨ ਦੇ ਸਿਧਾਂਤਾਂ ਨੂੰ ਹੀ ਆਪਣੀ ਜ਼ਿੰਦਗੀ 'ਚ ਅਪਣਾਇਆ ਹੈ। ਅੱਜ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਵਿੱਚ ਤੁਹਾਨੂੰ ਗਾਮਾ ਪਹਿਲਵਾਨ ਦੇ ਵੱਲੋਂ ਕਸਰਤ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਹ ਉਹੀ ਗਾਮਾ ਪਹਿਲਵਾਨ ਹੈ ਜਿਸ ਦਾ ਜ਼ਿਕਰ ਰਣਜੀਤ ਬਾਵੇ ਨੇ ਵੀ ਆਪਣੇ Song ਫਤਿਹ ਦੇ ਵਿੱਚ ਕੀਤਾ ਸੀ। ਸੋ ਇਹ ਸੀ ਜੀ ਗਾਮਾ ਪਹਿਲਵਾਨ ਦੀ ਜੀਵਨੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ Facebook ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।